ਸਾਹਿਬ ਜਿਸ ਤਰ੍ਹਾਂ ਬਿੱਲ ਪਾਸ ਹੋ ਗਿਆ ਵਿਧਾਨ ਸਭਾ ਦੇ ਵਿੱਚ ਕਿ ਮੋਨੋਪੋਲੀ ਤੋੜਨੀ ਹੈ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ, ਉਹਦੇ ਨਾਲ ਕਾਫੀ ਹਲਚਲ ਪੈਦਾ ਹੋ ਗਈ ਹੈ। ਐਸਜੀਪੀਸੀ ਵਾਲੇ ਕਹਿ ਰਹੇ ਨੇ ਕਿ ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ ਹੈ, ਤੁਸੀਂ ਕੀ ਮੰਨਦੇ ਹੋ? ਦੇਖੋ, ਇਹਦੇ ਦੋ ਤਿੰਨ ਆਸਪੈਕਟਸ ਹੈਗੇ। ਇੱਕ ਤਾਂ ਟੈਕਨੀਕਲ ਆਸਪੈਕਟ ਆ। ਟੈਕਨੀਕਲ ਆਸਪੈਕਟ ਇਹ ਆ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਇੰਟਰਸਟੇਟ ਐਕਟ ਆ, ਉਹ ਸਿੰਗਲ ਸਟੇਟ ਐਕਟ ਨਹੀਂ ਹੈਗਾ। ਤੋ ਇਹ ਤਿੰਨ ਸਟੇਟਾਂ ਦਾ ਜਿਹੜਾ ਅਧਿਕਾਰ ਖੇਤਰ ਆ ਉਹ ਇਕੱਲਾ ਪੰਜਾਬ ਸਰਕਾਰ ਨਹੀਂ ਹੈਗੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਬਹੁਤ ਅਨਲਿਮਟਿਡ ਸਕੋਪ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਤੇ ਸਿਰਫ ਉੱਥੇ ਇਸ ਗੁਰਦੁਆਰਿਆਂ ਸਾਹਿਬਾਨ ਦਾ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਆ। ਉਹਦਾ ਜਿਹੜਾ ਜੋ ਵੀ ਖਰਚਾ ਲੇਖਾ ਜੋਖਾ ਉਹ ਸਾਰਾ ਆਡਿਟ ਕਰਦੀ ਹੈ ਸਰਕਾਰ, ਕਿਉਂਕਿ ਐਕਟ ਦੇ ਅੰਡਰ ਆਉਂਦਾ। ਤਾਂ ਅੱਜ ਦੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਉਹਨਾਂ ਦੀ ਮੋਰੈਲਿਟੀ ਤਾਂ ਕੋਈ ਹੈ ਹੀ ਨਹੀਂ। ਉਹਨਾਂ ਦੇ ਤਾਂ ਆਪਣੇ ਵੈਸਟਿਡ ਪੋਲੀਟੀਕਲ ਇੰਟਰਸਟ ਹੈਗੇ, ਉਹ ਆਪਣੇ ਵੈਸਟਿਡ ਪੋਲੀਟੀਕਲ ਇੰਟਰਸਟ ਨੂੰ ਵਾਚ ਕਰਦੇ ਆ। ਜੇ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਜਿਹੜੀ ਬਾਦਲ ਅਕਾਲੀ ਦਲ ਦੀ ਜਿਹੜੀ ਮੋਨੋਪੋਲੀ ਆ ਤੋੜਨ ਲੱਗਿਆ, ਤਾਂ ਲੋਕ ਇਸ ਗੱਲ 'ਤੇ ਵੀ ਕੁਐਸਚਨ ਉਠਾ ਸਕਦੇ ਆ ਵੀ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਦੇ ਹੱਥ ਵਿੱਚ ਇਸ ਦਾ ਕੰਟਰੋਲ ਨਹੀਂ ਦੇਣਾ। ਸਿੱਖ ਜਾਗਰੂਕ ਹੋ ਕੇ ਕੋਈ ਐਜੀਟੇਸ਼ਨ ਸ਼ੁਰੂ ਹੋ ਗਿਆ ਤਾਂ ਭਗਵੰਤ ਨੂੰ ਲੈਣੇ ਦੇ ਦੇਣੇ ਪੈ ਸਕਦੇ ਆ। ਪ੍ਰੋਗਰਾਮ 1 to 1 ਵਿੱਚ ਮੈਂ ਦਰਸ਼ਨ ਸਿੰਘ ਖੁੱਖਰ ਤੁਹਾਡਾ ਸਵਾਗਤ ਕਰਦਾ। ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੋ ਕੇ ਹਟਿਆ, ਉਹ 'ਚ ਬਹੁਤ ਸਾਰੇ ਮੁੱਦਿਆਂ 'ਤੇ ਚਰਚਾ ਹੋਈ। ਕਈ ਕਾਨੂੰਨ ਪਾਸ ਕੀਤੇ ਗਏ, ਕਈ ਮਤੇ ਪਾਸ ਕੀਤੇ ਗਏ। ਸਿੱਖ ਰਾਜਨੀਤੀ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਬਿੱਲ ਹੈ ਉਹ ਇਹ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਇੱਕ ਬਿੱਲ ਲਿਆਂਦਾ ਗਿਆ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਗੁਰਬਾਣੀ ਪ੍ਰਸਾਰਣ 'ਤੇ ਜੋ ਮੋਨੋਪੋਲੀ ਹੈ ਉਹ ਤੋੜਨੀ ਹੈ। ਹਰ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਹੱਕ ਹੋਣਾ ਚਾਹੀਦਾ, ਕਿਉਂਕਿ ਸ੍ਰੀ ਅੰਮ੍ਰਿਤਸਰ ਤੋਂ ਜੋ ਗੁਰਬਾਣੀ ਦਾ ਪ੍ਰਸਾਰ ਹੁੰਦਾ ਹੈ ਉਹਦੇ ਉੱਤੇ ਮੋਨੋਪੋਲੀ ਬਣੀ ਹੋਈ ਹੈ। ਉਹ ਮੋਨੋਪੋਲੀ ਤੋੜਨ ਵਾਸਤੇ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ। ਹੁਣ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੈ ਕਿ ਕੀ ਇਹ ਬਿੱਲ ਸਹੀ ਲਿਆਂਦਾ ਜਾਂ ਨਹੀਂ। ਮੇਰੇ ਨਾਲ ਨੇ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਮਸਲੇ ਨੂੰ ਇਹ ਕਿਸ ਨਜ਼ਰੀਏ ਨਾਲ ਵੇਖਦੇ ਆ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਹਾਂਜੀ, ਬਹੁਤ ਮਿਹਰਬਾਨੀ। ਗਲੋਬਲ ਪੰਜਾਬ ਦੇ ਸਰੋਤਿਆਂ ਨੂੰ ਅਤੇ ਤੁਹਾਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਬਿੱਲ ਪਾਸ ਹੋ ਗਿਆ ਵਿਧਾਨ ਸਭਾ ਦੇ ਵਿੱਚ ਕਿ ਮੋਨੋਪੋਲੀ ਤੋੜਨੀ ਹੈ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ, ਉਹਦੇ ਨਾਲ ਕਾਫੀ ਹਲਚਲ ਪੈਦਾ ਹੋ ਗਈ ਹੈ। ਐਸਜੀਪੀਸੀ ਵਾਲੇ ਕਹਿ ਰਹੇ ਨੇ ਕਿ ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ ਹੈ, ਤੁਸੀਂ ਕੀ ਮੰਨਦੇ ਹੋ? ਦੇਖੋ, ਇਹਦੇ ਦੋ ਤਿੰਨ ਆਸਪੈਕਟਸ ਹੈਗੇ। ਇੱਕ ਤਾਂ ਟੈਕਨੀਕਲ ਆਸਪੈਕਟ ਆ। ਟੈਕਨੀਕਲ ਆਸਪੈਕਟ ਇਹ ਆ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਇੰਟਰਸਟੇਟ ਐਕਟ ਆ, ਉਹ ਸਿੰਗਲ ਸਟੇਟ ਐਕਟ ਨਹੀਂ ਹੈਗਾ। ਇਹ ਪੰਜਾਬ ਦੀ ਸਰਕਾਰ ਨੂੰ ਜਾਂ ਉਹਨਾਂ ਦੇ ਕਾਰਕੁਨਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ। ਕਿਸ ਤਰ੍ਹਾਂ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਜਿਹੜਾ ਆਪਰੇਸ਼ਨ ਆ ਪੰਜਾਬ 'ਚ ਵੀ ਹੁੰਦਾ, ਚੰਡੀਗੜ੍ਹ ਦੇ ਵਿੱਚ ਵੀ ਹੁੰਦਾ, ਹਿਮਾਚਲ 'ਚ ਵੀ ਹੁੰਦਾ, ਹਰਿਆਣੇ 'ਚ ਹੁੰਦਾ ਸੀ, ਹਰਿਆਣੇ 'ਚ ਬੰਦ ਹੋ ਗਿਆ। ਤੋ ਇਹ ਤਿੰਨ ਸਟੇਟਾਂ ਦਾ ਜਿਹੜਾ ਅਧਿਕਾਰ ਖੇਤਰ ਆ ਉਹ ਇਕੱਲਾ ਪੰਜਾਬ ਸਰਕਾਰ ਨਹੀਂ ਹੈਗੀ। ਸਮਝੇ ਕਿ ਨਹੀਂ? ਚੰਡੀਗੜ੍ਹ ਦੇ ਵਿੱਚ ਯੂਟੀ ਐਡਮਿਨਿਸਟ੍ਰੇਸ਼ਨ ਹੈਗਾ, ਯੂਨੀਅਨ ਟੈਰੀਟਰੀ ਹੈ। ਇਸੇ ਤਰੀਕੇ ਨਾਲ ਹਿਮਾਚਲ ਦੇ ਵਿੱਚ ਹਿਮਾਚਲ ਦੀ ਸਰਕਾਰ। ਕੋਈ ਜਿਹੜਾ ਤੁਸੀਂ ਅਮੈਂਡਮੈਂਟ ਕਰਦੇ ਹੋ ਜਾਂ ਐਕਟ ਨੂੰ ਐਕਸਟੈਂਡ ਕਰਦੇ ਹੋ, ਉਹ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ, ਟੈਕਨੀਕਲੀ ਲੀਗਲੀ, ਕਿਉਂਕਿ ਤੁਹਾਡਾ ਕੋਈ ਲੀਗਲ ਅਥਾਰਟੀ ਨਹੀਂ ਹੈ ਯੂਨੀਅਨ ਟੈਰੀਟਰੀ ਦੇ ਉੱਤੇ, ਤੁਹਾਡੀ ਲੀਗਲ ਅਥਾਰਟੀ ਨਹੀਂ ਹੈ ਹਿਮਾਚਲ ਦੇ ਉੱਤੇ। ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਹੇਠ ਆਉਂਦੀ ਹੈ। ਇਸੇ ਤਰੀਕੇ ਨਾਲ ਜਿਹੜੇ ਇਤਿਹਾਸਿਕ ਗੁਰਦੁਆਰੇ ਯੂਨੀਅਨ ਟੈਰੀਟਰੀ ਦੇ ਵਿੱਚ, ਉਹਨਾਂ ਦਾ ਵੀ ਕੰਟਰੋਲ ਅਤੇ ਬੰਦੋਬਸਤ ਆ ਜਿਹੜਾ ਉਹ ਸੈਂਟਰਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਜਿਹੜਾ 1925 ਐਕਟ 'ਚ ਸੋਧ ਕੀਤੀ ਗਈ ਹੈ ਉਹ ਪੰਜਾਬ ਦਾ ਐਕਟ ਹੈ ਪੁਰਾਣਾ ਜਦੋਂ ਬਣਿਆ ਸੀ। 1925 ਦਾ ਜਿਹੜਾ ਐਕਟ ਸੀ ਉਹ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਸਰਕਾਰ ਦਾ ਐਕਟ ਸੀ, ਜਿਹਦੇ ਐਕਟ ਦੇ ਮੁਤਾਬਕ ਗੁਰਦੁਆਰਿਆਂ ਨੂੰ ਮਹੰਤਾਂ ਪੁਜਾਰੀਆਂ ਤੋਂ ਆਜ਼ਾਦ ਕਰਾ ਕੇ, ਲਿਬਰੇਟ ਕਰਾ ਕੇ
ਇੱਕ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਨੂੰ ਦਿੱਤਾ ਗਿਆ ਸੀ, ਜਿਸ ਦਾ ਨਾਮ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇੱਥੇ ਮੈਂ ਇੱਕ ਖਾਸ ਤੌਰ 'ਤੇ ਦੱਸਣਾ ਚਾਹੁੰਦਾ, ਜਿਹੜੇ ਬਹੁਤੇ ਲੋਕ ਇਹ ਸਮਝਦੇ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦਾ ਬਹੁਤ ਅਨਲਿਮਟਿਡ ਸਕੋਪ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਤੇ ਸਿਰਫ ਉੱਥੇ ਇਸ ਗੁਰਦੁਆਰਿਆਂ ਸਾਹਿਬਾਨ ਦਾ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਆ। ਉਹਦਾ ਜਿਹੜਾ ਜੋ ਵੀ ਖਰਚਾ ਲੇਖਾ ਜੋਖਾ ਉਹ ਸਾਰਾ ਆਡਿਟ ਕਰਦੀ ਹੈ ਸਰਕਾਰ, ਕਿਉਂਕਿ ਐਕਟ ਦੇ ਅੰਡਰ ਆਉਂਦਾ। ਉਹ ਆਪਣੀ ਮਨਮਾਨੀ ਦੇ ਨਾਲ ਇਸ ਤਰੀਕੇ ਦੇ ਨਾਲ ਪੈਸਾ ਜਾਂ ਕੋਈ ਹੋਰ ਇਸ ਕਿਸਮ ਦੀਆਂ ਗੱਲਾਂ ਨਹੀਂ ਕਰ ਸਕਦੇ। ਉਹਦਾ ਵੀ ਕੋਈ ਸੈਂਟਰ ਦਾ ਆਪਣਾ ਉਹਨਾਂ ਦੇ ਉੱਤੇ ਕੰਟਰੋਲ ਹੈ। ਤੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਗੁੱਡ ਮੈਨੇਜਮੈਂਟ, efficient मैनेजमेंट इन द इंटरेस्ट ऑफ द सिख कम्युनिटी एंड सिख कॉज, समझे जी। तो उस दे मुताबिक अनफॉर्चुनेटली कुछ समय तो ਜਦੋਂ ਤੋਂ ਇੱਕ ਪਰਿਵਾਰ ਦਾ ਇਸ ਦੇ ਉੱਤੇ ਕੰਟਰੋਲ ਹੋ ਗਿਆ, ਉਸ ਤੋਂ ਬਾਅਦ ਉਹ ਇਸ ਦਾ ਜਿਹੜਾ ਇਹਦੀ ਕ੍ਰੈਡੀਬਿਲਿਟੀ ਹੈ ਉਹ ਸਿੱਖ ਪੰਥ ਦੇ ਵਿੱਚ ਗਿਰਦੀ ਸ਼ੁਰੂ ਹੋ ਗਈ। ਇਹ ਬੜੀ ਬਦਕਿਸਮਤੀ ਆ। ਤੁਸੀਂ ਜੇ ਕਿਸੇ ਇੰਸਟੀਟਿਊਸ਼ਨ ਦਾ ਐਡਮਿਨਿਸਟ੍ਰੇਸ਼ਨ ਚਲਾਉਂਦੇ ਹੋ ਤਾਂ ਜਿਹੜੇ ਉਸ ਇੰਸਟੀਟਿਊਸ਼ਨ ਦੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੰਸਰਨਡ ਆ, ਉਹਦੇ ਵਿੱਚ ਤੁਸੀਂ ਆਪਣੀ ਕ੍ਰੈਡੀਬਿਲਿਟੀ ਵੀ ਐਸਟੈਬਲਿਸ਼ ਕਰਨੀ ਹੁੰਦੀ ਹੈ। ਤੋ ਉਹ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਇਹ ਜੋ ਪ੍ਰਚਾਰ ਜਿਹੜਾ ਪ੍ਰਸਾਰ ਜੋ ਵੀ ਕਰਨਾ ਸੀਗਾ ਇਹਦੇ ਉੱਤੇ ਮੀਡੀਆ ਦੇ ਉੱਤੇ ਗੁਰਬਾਣੀ ਦਾ, ਉਹ ਗੁਰਬਾਣੀ ਦਾ ਸਾਰਾ ਪ੍ਰਸਾਰ ਜਿਹੜਾ ਸੀ ਉਹ ਜਿਹੜੀ ਇੱਕ ਪਾਰਟੀ ਸੀ ਬਾਦਲ ਪਰਿਵਾਰ ਦੀ, ਉਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਉਸ ਨੂੰ ਬ੍ਰੌਡਕਾਸਟ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਐਕਸੈਪਟੇਬਲ ਨਹੀਂ ਹੈ। ਹੋਣਾ ਕੀ ਚਾਹੀਦਾ, ਨਾ ਤਾਂ ਸਰਕਾਰ ਇੰਟਰਫੀਅਰ ਕਰੇ ਇਸ ਗੱਲ ਦੇ ਵਿੱਚ, ਕਿਉਂਕਿ ਇੱਕ ਐਗਰੀਮੈਂਟ ਹੋਇਆ ਸੀ ਜਿਹਦੀ ਵੈਸੇ ਤਾਂ ਹੁਣ ਲੀਗਲ ਕੋਈ ਉਹਦੀ ਅਥਾਰਟੀ ਨਹੀਂ, ਪਰ ਉਹਦੀ ਇੱਕ ਮੋਰਲ ਬਾਈਂਡਿੰਗ ਜ਼ਰੂਰ ਹੈਗੀ ਹੈ। ਨਹਿਰੂ ਅਤੇ ਮਾਸਟਰ ਤਾਰਾ ਸਿੰਘ ਦਾ ਆਪਸ ਦੇ ਵਿੱਚ ਸਮਝੌਤਾ ਹੋਇਆ ਸੀ, ਐਗਰੀਮੈਂਟ ਹੋਇਆ ਸੀ। ਕੀ ਐਗਰੀਮੈਂਟ ਹੋਇਆ ਸੀ ਕਿ ਕਿਸੇ ਵੀ ਪੱਖ ਤੋਂ ਜਦੋਂ ਵੀ ਕੋਈ ਤੁਸੀਂ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਵੀ ਗੱਲ ਇੰਟਰਵੀਨ ਕਰਨੀ ਹੈ ਤਾਂ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਜ਼ਰੂਰੀ ਹੈ। ਇਹ ਬਹੁਤ ਇੰਪੋਰਟੈਂਟ ਐਗਰੀਮੈਂਟ ਸੀ। ਪਰ ਹੁਣ ਇਹ ਜਿਹੜੇ ਐਗਰੀਮੈਂਟ ਇਸ ਕਿਸਮ ਦੇ ਹੁੰਦੇ ਆ ਜਿਨ੍ਹਾਂ ਦੀ ਕੋਈ ਲੀਗਲ ਬਾਈਂਡਿੰਗ ਨਾ ਹੋਵੇ, ਉਹ ਤਾਂ ਇੱਕ ਮੋਰਲ ਅਥਾਰਟੀ ਰੱਖਦੇ ਆ ਨਾ। ਪਰ ਅੱਜ ਦੀ ਜਿਹੜੀ ਮੌਜੂਦਾ ਸਰਕਾਰ 1947 ਤੋਂ ਬਾਅਦ ਹਿੰਦੁਸਤਾਨ 'ਚ ਵੀ ਬਣੀ, ਤਾਂ ਅੱਜ ਦੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਉਹਨਾਂ ਦੀ ਮੋਰੈਲਿਟੀ ਤਾਂ ਕੋਈ ਹੈ ਹੀ ਨਹੀਂ। ਉਹਨਾਂ ਦੇ ਤਾਂ ਆਪਣੇ ਵੈਸਟਿਡ ਪੋਲੀਟੀਕਲ ਇੰਟਰਸਟ ਹੈਗੇ, ਉਹ ਆਪਣੇ ਵੈਸਟਿਡ ਪੋਲੀਟੀਕਲ ਇੰਟਰਸਟ ਨੂੰ ਵਾਚ ਕਰਦੇ ਆ ਕਿ ਸਾਡੀ ਪਾਰਟੀ ਦਾ ਕਿਸ ਤਰੀਕੇ ਦੇ ਨਾਲ ਮਤਲਬ ਸਾਡਾ ਕੰਟਰੋਲ ਰਹਿ ਸਕਦਾ, ਸਾਡਾ ਪ੍ਰੋਪੇਗੈਂਡਾ ਹੋ ਸਕਦਾ, ਸਾਡਾ ਪ੍ਰਚਾਰ ਹੋ ਸਕਦਾ, ਸਾਡਾ ਜ਼ਾਤੀ ਤੌਰ ਦੇ ਉੱਤੇ ਪ੍ਰਚਾਰ ਹੋ ਸਕਦਾ। ਸੋ ਇਸ ਕਿਸਮ ਦੀਆਂ ਘਿਨਾਉਣੇ ਅਤੇ ਘਟੀਆ ਲੈਵਲ ਦੇ ਉੱਤੇ ਆ ਕੇ ਸੋਚ ਅਤੇ ਵਿਚਾਰ ਹੋ ਗਏ। ਫਾਈਨੈਂਸ਼ਲੀ ਪੱਖੋਂ ਵੀ ਕਮਾਈ ਦਾ ਜ਼ਿਆਦਾ ਸਾਧਨ ਸੀ, ਕਿਉਂਕਿ ਇੱਕ ਚੈਨਲ ਦੀ TRP ਇੰਨੀ ਵੱਧ ਗਈ, ਐਡ ਨਹੀਂ ਮਿਲ ਗਈ, ਬਾਕੀ ਚੈਨਲ ਨੂੰ ਐਡ ਨਹੀਂ ਮਿਲਦੀ। ਨਹੀਂ, ਉਹ ਤਾਂ ਦੇਖੋ, ਜੇ ਫਰਜ਼ ਕਰੋ ਹੁਣ ਅੱਜ ਓਪਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਓਪਨਲੀ ਟੈਂਡਰ ਕਾਲ ਕਰਦੀ ਹੈ। ਜਿਵੇਂ ਉਹਨਾਂ ਨੇ, ਮੈਂ ਤਾਂ ਜੋ ਅਖਬਾਰਾਂ 'ਚ ਪੜ੍ਹਿਆ, ਉਹਨਾਂ ਨੇ ਕਿਹਾ ਅਸੀਂ ਓਪਨ ਟੈਂਡਰ ਕਾਲ ਕਰਾਂਗੇ, ਪਰ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਅਸੀਂ ਬਣਾ ਦਾਂਗੇ ਵੀ ਇੰਨੇ ਇਸ ਕਿਸਮ ਦੀਆਂ ਤੁਸੀਂ ਕੋਈ ਇਸ ਕਿਸਮ ਦੀ ਐਡ, ਕੋਈ ਸ਼ਰਾਬ ਦੀ, ਕੋਈ ਸਿਗਰਟਾਂ ਦੀ, ਕੋਈ ਨਸ਼ਿਆਂ ਦੀ, ਹੋਰ ਚੀਜ਼ਾਂ ਦੀ, ਜਾਂ ਕੋਈ ਇਸ ਕਿਸਮ ਦੀ ਜਿਸ ਕਿਸਮ ਦੀਆਂ। ਪਰ ਬੰਦਾ ਉੱਥੇ ਪੈਣਾ ਢਿੱਲੋਂ ਸਾਹਿਬ, ਜੇ ਉਹ ਲਿਖਤਾ ਉਹਦੇ ਵਿੱਚ ਟਰਮ ਐਂਡ ਕੰਡੀਸ਼ਨ ਦੇ ਵਿੱਚ ਕਿ 10 ਸਾਲ ਪ੍ਰਸਾਰਨ ਦਾ ਤਜਰਬਾ ਹੋਵੇ ਗੁਰਬਾਣੀ ਦਾ, ਉਹ ਕਿਸੇ ਹੋਰ ਚੈਨਲ ਕੋਲ ਹੈ ਨਹੀਂ, ਫਿਰ ਇੱਕੋ ਚੈਨਲ ਫਿਰ ਲੈ ਜਾਓ। ਉਹ ਤਾਂ ਸ਼ੋਰ ਕਰ ਦੇਣ, ਦੇਖੋ ਜੀ, ਉਹ ਇਹ ਸ਼ੋਰ ਕਰਦੇ ਕੋਈ ਵੀ ਚੈਨਲ ਹੋਵੇ, ਉਹ ਇਸ਼ੋਰ ਕਰੇ ਵੀ ਅਸੀਂ ਤੁਹਾਡੇ ਡਾਇਰੈਕਸ਼ਨਸ ਦੇ ਮੁਤਾਬਕ ਜਿਹੜਾ ਤੁਹਾਨੂੰ ਕਬੂਲ ਹੋਏਗਾ ਉਸ ਦੇ ਮੁਤਾਬਕ ਹੀ ਅਸੀਂ ਕਰਾਂਗੇ। ਜੇ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਐਗਰੀਮੈਂਟ ਆ ਉਹਨੂੰ ਨਲ ਐਂਡ ਵਾਇਡ ਤੁਸੀਂ ਡਿਕਲੇਅਰ ਕਰ ਸਕਦੇ ਹੋ। ਇਹ ਐਗਰੀਮੈਂਟ ਓਪਨਲੀ ਤੁਸੀਂ ਕੀਤਾ ਜਾ ਸਕਦਾ। ਕੋਈ ਵੀ ਜਿਹੜੀ ਜਥੇਬੰਦੀਆਂ ਹੈਗੀਆਂ, ਆਰਗੇਨਾਈਜੇਸ਼ਨਸ ਆ, ਇੰਸਟੀਟਿਊਸ਼ਨਸ ਆ, ਇਸੇ ਤਰੀਕੇ ਨਾਲ ਚੱਲਦੇ ਆ। ਜੇ ਉਹ ਕਿਸੇ ਬਾਹਰਲੇ ਅਦਾਰੇ ਤੋਂ ਸਰਵਿਸਿਜ਼ ਲੈਂਦੇ ਆ ਤਾਂ ਉਹਨਾਂ ਦੇ ਉੱਤੇ ਉਹ ਕਈ ਕਿਸਮ ਦੀਆਂ ਬਾਈਂਡਿੰਗਸ ਰੱਖਦੇ ਆ ਵੀ ਭਾਈ ਜੇ ਤੁਸੀਂ ਸਾਡੇ ਮੁਤਾਬਕ ਚੱਲੋਗੇ
ਤਾਂ ਠੀਕ ਹੈ, ਜੇ ਸਾਡੇ ਮੁਤਾਬਕ ਨਹੀਂ ਚੱਲੋਗੇ ਤੁਸੀਂ ਨਲ ਐਂਡ ਵਾਇਡ। ਇਹ ਤਾਂ ਆਪਾਂ ਜੇ ਇੱਕ ਦੂਜੇ ਨਾਲ ਐਗਰੀਮੈਂਟ ਵੀ ਕਰਨਾ ਤਾਂ ਇਸੇ ਤਰੀਕੇ ਨਾਲ ਕਰਦੇ ਹਾਂ ਨਾ। ਤੇ ਪਰ ਹੁਣ ਦੋ ਗੱਲਾਂ ਆ ਗਈਆਂ ਇਹਦੇ ਵਿੱਚ, ਜੇ ਇਜਾਰੇਦਾਰੀ ਤੋੜਨੀ ਇੱਕ ਚੈਨਲ ਦੀ, ਹਾਂਜੀ, ਜੇ ਇਜਾਰੇਦਾਰੀ ਤੋੜਨ ਲਈ ਆ ਬਿੱਲ ਲਿਆਂਦਾ, ਫਿਰ ਗਵਰਨਰ ਵੀ ਕਹਿ ਸਕਦਾ ਕਿ ਇਹ ਤਾਂ ਕੇਂਦਰ ਦੇ ਅਧਿਕਾਰ ਖੇਤਰ ਦੀ ਗੱਲ ਆ, ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ 'ਚ ਇਹ ਬਿੱਲ ਨਹੀਂ ਸੀ ਆਉਣਾ ਚਾਹੀਦਾ, ਫਿਰ ਇੱਕ ਟਕਰਾਅ ਗਵਰਨਰ ਨਾਲ ਫਿਰ ਵੱਜੇਗਾ। ਨਹੀਂ, ਗਵਰਨਰ ਵੀ ਕਹਿ ਸਕਦਾ, ਗਵਰਨਰ ਉਸ ਨੂੰ ਮਤਲਬ ਐਕਨੋਲੇਜ ਨਹੀਂ ਕਰੇਗਾ, ਇੰਡੋਰਸ ਨਹੀਂ ਕਰੇਗਾ ਉਸ ਜਿਹੜਾ ਜੋ ਵੀ ਬਿੱਲ ਪਾਸ ਕੀਤਾ ਇਹਨਾਂ ਨੇ ਰਿਗਾਰਡਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ, ਸਿੱਖੀ ਦੇ ਪ੍ਰਚਾਰ ਦੇ ਲਈ, ਤਾਂ ਉਸ ਦੇ ਲਈ ਉਹ ਸਿੱਧੇ ਤੌਰ 'ਤੇ ਕਹੇਗਾ ਵੀ ਇਹ ਤਾਂ ਸਿੱਧੇ ਤੌਰ ਦੇ ਉੱਤੇ ਐਕਸੈਪਟੇਬਲ ਨਹੀਂ ਹੈਗਾ, ਕਿਉਂਕਿ ਇੰਟਰਸਟੇਟ ਐਕਟ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਗਲ ਸਟੇਟ ਐਕਟ ਤਾਂ ਹੈ ਹੀ ਨਹੀਂ ਇਹ। ਤੋ ਇਸ ਕਰਕੇ ਉਹਨੂੰ ਯਾਨੀ ਆਉਣ ਵਾਲੇ ਦਿਨਾਂ 'ਚ ਇਹ ਗੁਰਬਾਣੀ ਪ੍ਰਸਾਰਨ ਦਾ ਜਿਹੜਾ ਮਾਮਲੇ ਦਾ ਵਿਵਾਦ ਵੱਧ ਸਕਦਾ, ਡੈਫੀਨਿਟਲੀ ਵੱਧ ਸਕਦਾ। ਲੋਕ ਵੀ, ਜੇ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਜਿਹੜੀ ਬਾਦਲ ਅਕਾਲੀ ਦਲ ਦੀ ਜਿਹੜੀ ਮੋਨੋਪੋਲੀ ਆ ਤੋੜਨ ਲੱਗਿਆ, ਤਾਂ ਲੋਕ ਇਸ ਗੱਲ 'ਤੇ ਵੀ ਕੁਐਸਚਨ ਉਠਾ ਸਕਦੇ ਆ ਵੀ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਦੇ ਹੱਥ ਵਿੱਚ ਇਸ ਦਾ ਕੰਟਰੋਲ ਨਹੀਂ ਦੇਣਾ। ਉਹ ਹੀ ਰਿਪਰੈਜ਼ੈਂਟ ਸਰਕਾਰ, ਔਰ ਸਰਕਾਰ ਦੇ ਵਿੱਚੋਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ, ਔਰ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਜਿਹਦੇ ਵਿੱਚ ਆਮ ਜਿਹੜੇ ਸਿੱਖ ਮਾਸਿਸ ਆ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਉਹ ਸਿੱਖ ਵਿਰੋਧੀ ਆ, ਪੰਜਾਬ ਵਿਰੋਧੀ ਵੀ ਆ, ਸਿੱਖ ਵਿਰੋਧੀ ਵੀ। ਜਿਹੜੀ ਆਮ ਪਾਰਟੀ ਆ ਜਿਸ ਨੂੰ ਕੇਜਰੀਵਾਲ ਜੀ ਦਾ ਹੈਗਾ ਲੀਡਰ, ਹਾਂਜੀ, ਉਸ ਦਾ ਸਾਡੇ ਮਤਲਬ ਆਮ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬ ਦੇ ਮਾਸਿਸ ਦੇ ਵਿੱਚ ਸਿੱਖ ਵਿਰੋਧੀ ਉਹਦਾ ਚਿਹਰਾ ਬਣਿਆ ਪਿਆ। ਕਿਸ ਤਰੀਕੇ ਨਾਲ ਬਣਿਆ ਪਿਆ? ਪਹਿਲੀ ਸਰਕਾਰ ਆ ਦਿੱਲੀ ਦੇ ਵਿੱਚ, ਜਿਸ ਸਰਕਾਰ ਦੇ ਵਿੱਚ ਕੋਈ ਸਿੱਖ ਮੰਤਰੀ ਅੱਜ ਤੱਕ ਨਹੀਂ ਬਣਿਆ, 10-12 ਸਾਲ ਉਹਨਾਂ ਨੂੰ ਰਾਜ ਕਰਦੇ ਨੂੰ ਕੇਜਰੀਵਾਲ ਨੂੰ ਹੋ ਗਏ। ਇਸੇ ਤਰੀਕੇ ਨਾਲ ਜਿਸ ਕਿਸਮ ਦੀਆਂ ਰਾਜ ਸਭਾ 'ਚ ਜਾਂ ਹੋਰ ਜਿਹੜੀਆਂ ਅਪਾਇੰਟਮੈਂਟਾਂ ਹੋ ਰਹੀਆਂ ਉਹ ਸਾਰੀਆਂ ਨੌਨ ਸਿੱਖਾਂ ਦੀਆਂ ਹੋ ਰਹੀਆਂ। ਪੰਜਾਬ ਦੀ ਐਡਮਿਨਿਸਟ੍ਰੇਸ਼ਨ 'ਚ ਵੀ ਨੌਨ ਸਿੱਖਾਂ ਦਾ ਬੋਲਬਾਲਾ, ਔਰ ਜਿਹੜੀਆਂ ਅਪਾਇੰਟਮੈਂਟ ਵੀ ਪੰਜਾਬ ਦੀਆਂ ਹੋ ਰਹੀਆਂ ਨੌਨ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ, ਚਾਹੇ ਰਾਜ ਸਭਾ ਦੀ ਨੋਮੀਨੇਸ਼ਨ ਹੋਵੇ ਚਾਹੇ ਕੋਈ ਹੋਰ ਹੋਵੇ ਅਪਾਇੰਟਮੈਂਟ। ਤੋ ਇਹ ਗੱਲ ਬਹੁਤ ਵੱਡੀ ਆ। ਔਰ ਜੇ ਇਸ ਮੁੱਦੇ ਦੇ ਉੱਤੇ ਸਿੱਖ ਮਤਲਬ ਸਿੱਖ ਜਾਗਰੂਕ ਹੋ ਕੇ ਕੋਈ ਐਜੀਟੇਸ਼ਨ ਸ਼ੁਰੂ ਹੋ ਗਿਆ ਤਾਂ ਭਗਵੰਤ ਨੂੰ ਲੈਣੇ ਦੇ ਦੇਣੇ ਪੈ ਸਕਦੇ। ਇੱਕ ਨਾਲ ਹੋਰ ਵਿਵਾਦ ਹੋ ਸਕਦਾ ਕਿ ਜੇ ਸਰਕਾਰ ਚਾਹੇਗੀ ਉੱਥੇ ਸੈਟਅਪ ਲਾਉਣਾ, ਐਜੀਪੀਸੀ ਕਹੇਗੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਅਸੀਂ ਦੇਖਣਾ, ਅਸੀਂ ਸੈਟਅਪ ਕਿਵੇਂ ਮਰਜ਼ੀ ਲਾਈਏ। ਪਰ ਹੁਣ ਗੱਲ ਇੱਥੇ ਨਿਬੜੇਗੀ ਕਿ ਸੈਟਅਪ ਲਾਵੇ ਕੌਣ, ਕਿਉਂਕਿ ਹੁਣ ਅਕਾਲੀ ਦਲ ਦੇ ਕੁਝ ਵਿਧਾਇਕਾਂ ਨੇ ਵੀ ਕਹਿਤਾ ਕਿ ਮੋਨੋਪੋਲੀ ਕਿਸੇ ਇੱਕ ਧਿਰ ਦੀ ਨਹੀਂ ਹੋਣੀ ਚਾਹੀਦੀ, ਇੱਕ ਸੈਟਅਪ ਲਾ ਲਓ ਜਿੱਥੋਂ ਫੀਡ ਸਾਰੇ ਲੈ ਸਕਣ, ਸਾਰੇ ਆਪਦੇ ਚੈਨਲਾਂ 'ਤੇ ਚਲਾ ਸਕਣ ਗੁਰਬਾਣੀ। ਉਹ ਤਾਂ ਖੋਖਰ ਜੀ ਸਿੱਧੇ ਤੌਰ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਭਾਈ ਅਸੀਂ ਤਾਂ ਓਪਨ ਟੈਂਡਰ ਕਾਲ ਕਰਾਂਗੇ। ਇਹ ਕਿਹਾ ਮੈਨੂੰ ਹੁਣ ਇਹਦੀ ਕਰਨ ਨਾਲ ਤਾਂ ਇਹ ਡਾਕਟਰ ਸਾਹਿਬ ਕਿ ਫਿਰ ਇੱਕ ਚੈਨਲ ਚਲਾਏਗਾ ਜਦੋਂ ਟੈਂਡਰ ਕਾਲ ਕਰਦਾ ਇੱਕ ਨੂੰ ਦੇਣਾ। ਪਰ ਇੱਕ ਇਹ ਨਵੀਂ ਗੱਲ ਇਹ ਆ ਰਹੀ ਹੈ ਕਿ ਐਜੀਪੀਸੀ ਆਪਣਾ ਉੱਥੇ ਸੈਟਅਪ ਲਾ ਦੇ, ਸੈਟੇਲਾਈਟ ਚੈਨਲ ਜਿਵੇਂ ਹੁੰਦਾ ਹੈ ਉਹ ਤੋਂ ਸਾਰਿਆਂ ਨੂੰ ਫੀਡ ਦੇ ਦੇਵੇ, ਜਿਵੇਂ ਲੋਕ ਸਭਾ ਚੈਨਲ ਤੋਂ ਸਾਰੇ ਚੈਨਲ ਚੱਕਦੇ ਆ, ਜਾਂ ਐਜੀਪੀਸੀ ਆਪਣਾ ਚੈਨਲ ਚਲਾਵੇ ਜੋ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਚੈਨਲ ਚਲਾਵੇ ਸ਼੍ਰੋਮਣੀ ਕਮੇਟੀ, ਉਸ ਦੇ ਚੈਨਲ ਤੋਂ ਕੋਈ ਵੀ ਚੈਨਲ ਚੱਕ ਸਕਦਾ। ਹਾਂਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਜਿਵੇਂ ਲੋਕ ਸਭਾ ਦੀ ਜਾਂ ਰਾਜ ਸਭਾ ਦੀ ਜਾਂ ਪੰਜਾਬ ਲੈਜਿਸਲੇਚਰ ਜਾਂ ਸਟੇਟ ਲੈਜਿਸਲੇਚਰ ਦੀ ਗੱਲ ਆ, ਉਹ ਇੱਕ ਪੋਲੀਟੀਕਲ ਗੱਲ ਹੈ। ਇਹ ਚੈਨਲ ਦੀ ਗੱਲ ਕਰਦਾ, ਚੈਨਲ ਤੋਂ ਸਾਰੇ ਚੈਨਲ ਚੱਕ ਲੈਂਦੇ। ਉਹੀ ਬੇਨਤੀ ਕਰ ਰਿਹਾ ਤੁਹਾਨੂੰ, ਇਹ ਇੱਕ ਧਾਰਮਿਕ ਮਤਲਬ ਇੰਸਟੀਟਿਊਸ਼ਨ ਆ, ਉਹਦੇ ਨਾਲ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਜੁੜੀਆਂ ਹੋਈਆਂ ਆਲ ਓਵਰ ਦੀ ਵਰਲਡ। ਉਹ ਜਿਹੜੇ ਗੁਰਸਿੱਖ ਲੋਕ ਆ ਸੁਬਾਹ ਉੱਠ ਕੇ ਆਪਣਾ ਇਸ਼ਨਾਨ ਕਰਕੇ ਇਸ ਸੁਣਦੇ ਆ ਗੁਰਬਾਣੀ, ਸਮਝੇ ਕਿ ਨਹੀਂ, ਉਹਨੂੰ ਸਮਰਪਿਤ ਹੁੰਦੇ ਆ। ਤੋ ਇਹ ਗੱਲ ਮਤਲਬ ਉਸ ਤਰ੍ਹਾਂ ਸਿੰਪਲ ਨਹੀਂ ਹੈ ਜਿਸ ਤਰ੍ਹਾਂ ਕੋਈ ਪੋਲੀਟੀਕਲ ਐਕਸ਼ਨ ਲੈ ਲਓ ਉਸ ਦੀ ਤਾਂ ਕੋਈ ਰੈਮੀਫਿਕੇਸ਼ਨ ਹੁੰਦੀ ਨਹੀਂ, ਇਹਦੀਆਂ ਬਹੁਤ ਜ਼ਿਆਦਾ ਸੀਰੀਅਸ ਰੈਮੀਫਿਕੇਸ਼ਨਸ ਹੋ ਸਕਦੀਆਂ। ਡਾਕਟਰ ਸਾਹਿਬ ਉਹ ਕਿਹਾ ਕਿ CM ਨੇ ਜਦੋਂ ਇਹ ਬਿੱਲ ਆਇਆ ਨਾ ਖਰੜੇ ਬਾਰੇ, ਜੋ CM ਬੋਲ ਰਹੇ ਸੀ ਜਾਂ ਹੋਰ ਮੰਤਰੀ ਬੋਲੇ, ਉਹ ਕਹਿੰਦੇ ਕੈਮਰੇ ਉਨੇ ਰਹਿਣਗੇ 3-4 ਕੈਮਰੇ, ਇੱਕ ਫੀਡ ਹੋਏਗੀ, ਇੱਕ ਸਾਈਡ 'ਤੇ ਕਮਰਾ ਹੋ ਗਿਆ, ਤਾਰ ਜਾਏਗੀ, ਉੱਥੋਂ ਜਾਂ ਤਾਂ ਆਪਦੀ ਕਲਿੱਪ 'ਚ ਲੈ ਲੈਣਾ, ਉੱਥੇ ਹੋਰ ਚੈਨਲਾਂ ਦੇ ਅੱਗੇ ਸਭ ਦਫ਼ਤਰ ਹੋਣਗੇ, ਜਾਂ ਫਿਰ ਆਪਣਾ ਦੋ ਹੁਣ ਦੇ ਰਾਹ ਨੇ, ਇੱਕ ਤਾਂ ਐਜੀਪੀਸੀ ਆਪਣਾ ਚੈਨਲ ਚਲਾ ਦੇਵੇ, ਉਸੇ ਚੈਨਲ ਤੋਂ ਕੋਈ ਵੀ ਫੀਡ ਚੱਕ ਲਵੇ, ਕਿਉਂਕਿ ਕੰਟਰੋਲ ਫਿਰ ਐਜੀਪੀਸੀ ਕੋਲ ਰਹੇਗਾ। ਜੇ ਪਰ ਸੈਟਅਪ ਲਾਉਣਾ ਐਜੀਪੀਸੀ ਆਪਣਾ ਸੈੱਟ ਲਾ ਲਵੇ, ਕੈਮਰੇ ਆਪਣੇ ਲਾ ਲਵੇ, ਉੱਤੋਂ ਤਾਰ ਦੇ ਕੇ ਫੀਡ ਲਾ ਦੇਵੇ, ਉਹ 'ਚ ਜਾਣੀ ਤਾਂ ਗੁਰਬਾਣੀ ਆ। ਪਰ ਇੱਕ ਨਾਲ ਕਾਨੂੰਨ 'ਚ ਇੱਕ ਨਵੀਂ ਗੱਲ ਇਹ ਕਰਤੀ ਵੀ ਜਦੋਂ ਗੁਰਬਾਣੀ ਦਾ ਪ੍ਰਸਾਰਨ ਕਰਨਾ ਹੈ, ਪ੍ਰਚਾਰ ਕਰਨਾ ਹੈ, ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬਾਅਦ 'ਚ ਕੋਈ ਕਮਰਸ਼ੀਅਲ ਐਡ ਨਹੀਂ ਹੋਣੀ ਚਾਹੀਦੀ।
ਕਈ ਵਾਰ ਐਡ ਦੇ ਵਿੱਚ ਗਲਤ ਫੋਟੋਆਂ ਹੁੰਦੀਆਂ ਨੇ, ਹੋਰ ਹੁੰਦੀਆਂ ਨੇ, ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਉਹਦੇ ਨਾਲ ਫਿਰ ਬੰਦਾ ਕੋਈ ਧਾਰਮਿਕ ਗੀਤ ਅੱਗੇ ਪਿੱਛੇ ਚਲਾ ਸਕਦਾ ਹੈ। ਕੋਈ ਐਡ ਪੱਟੀ ਵੀ ਨਹੀਂ ਚੱਲਣੀ ਕਹਿੰਦੇ, ਉਹ ਫਿਰ ਮੋਨੋਪੋਲੀ ਤੋੜਨ ਦੀ ਗੱਲ ਆ। ਗੱਲ ਤਾਂ ਇਹ ਵੀ ਅੱਗੇ ਪ੍ਰੈਕਟੀਕਲੀ ਕਿਵੇਂ ਹੋਏਗਾ, ਇਹ ਬਹੁਤ ਸਾਰੇ ਸਵਾਲ ਖੜੇ ਹੋਏ ਨੇ। ਪਰ ਇੱਕ ਤੁਹਾਨੂੰ ਨਹੀਂ ਲੱਗਦਾ ਕਿ ਕੀ ਇੱਕ ਚੰਗੇ ਪੱਖ ਨੂੰ ਗੱਲ ਬਦਲ ਰਹੀ ਹੈ, ਜਾਂ ਫਿਰ ਇਹਦਾ ਕੋਈ ਨੁਕਸਾਨ ਹੋਏਗਾ? ਦੇਖੋ, ਇਸ ਦੇ ਵਿੱਚ ਇੰਨੀ ਮਤਲਬ ਬਹੁਤ ਕ੍ਰੈਡਿਟ ਲੈਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਜੇ ਕੋਈ ਬੰਦਾ ਸਿੱਖੀ ਦੇ ਨਾਲ ਸਮਰਪਿਤ ਹੈ, ਉਹਦੇ ਮਨ ਦੇ ਵਿੱਚ ਸ਼ਰਧਾ ਹੈ, ਭਾਵਨਾਵਾਂ ਹਨ ਸਿੱਖੀ ਦੇ ਲਈ, ਤਾਂ ਉਹਨੂੰ ਟੋਟਲ ਹਿਊਮਿਲਿਟੀ 'ਚ ਗੱਲ ਕਰਨੀ ਚਾਹੀਦੀ। ਉਹਨੂੰ ਮੈਂ ਕਹਿ ਕੇ ਹੰਕਾਰ ਦੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ। ਦੋਨੇ ਪਾਸਿਆਂ ਨੂੰ ਮੈਂ ਐਡਰੈਸ ਕਰ ਰਿਹਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਰਕੁਨ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਭਗਵੰਤ ਮਾਨ ਨੂੰ ਵੀ ਮੈਂ ਕਹਿ ਰਿਹਾ, ਹੰਕਾਰ ਦੇ ਵਿੱਚ ਨਹੀਂ ਗੱਲ ਕਰਨੀ ਚਾਹੀਦੀ। ਹੰਕਾਰ ਰਹਿਤ, ਹੰਕਾਰ ਤੋਂ ਇੱਧਰ ਉੱਠ ਕੇ ਸ਼ਰਧਾ ਦੀ ਭਾਵਨਾ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ, ਬਾਣੀ ਨੂੰ ਸਮਰਪਿਤ ਹੋ ਕੇ ਗੱਲ ਕਰਨੀ ਚਾਹੀਦੀ ਹੈ, ਇਨ ਟੋਟਲ ਹਿਊਮਿਲਿਟੀ। ਪਰ ਅੱਜ ਤਾਂ ਉਹ ਮੈਂ ਖੁਦ ਸੁਣਿਆ ਸੀ, ਬੋਲ ਰਹੇ ਸੀ, ਅੱਜ ਤਾਂ ਬੜੇ ਠਰਮੇ ਨਾਲ ਉਹ ਬੋਲ ਰਹੇ ਸੀ, ਕਿਸੇ ਖਿਲਾਫ ਉਹ ਸਿੱਧੇ ਤੌਰ 'ਤੇ ਉਹਨਾਂ ਨੇ ਤਵਾ ਨਹੀਂ ਧਰਿਆ। ਨਹੀਂ, ਉਹਦੇ ਵਿੱਚ ਇੱਕ ਕੁਐਸਚਨ ਬੜਾ ਇੰਪੋਰਟੈਂਟ ਉੱਠਦਾ ਨਾ, ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਮੈਂ ਸਿੱਖ ਸ਼ਰਧਾਵਾਨ ਹਾਂ, ਮੈਂ ਸਿੱਖੀ ਨੂੰ ਸਮਰਪਿਤ ਹਾਂ, ਅਤੇ ਜੇ ਸਿਰ ਤੋਂ ਪੱਗ ਲਾ ਦੋ ਤਾਂ ਫਿਰ ਵਿੱਚੋਂ ਨਿਕਲਦਾ ਕੀ ਹੈ? ਅਤੇ ਜੇ ਤੇਰੀ ਦਾੜੀ ਦੇਖੀ ਤਾਂ ਉਹਦੇ ਵਿੱਚੋਂ ਕੀ ਨਿਕਲਦਾ? ਉਹ ਤਾਂ ਚਲੋ ਜਿਵੇਂ ਨਾਮ ਲੇਵਾ ਬਹੁਤ ਸਾਰੇ ਸਿੱਖ ਨੇ, ਸਿੰਧੀ ਨੇ, ਉਹਨਾਂ 'ਚੋਂ ਅਗਲਾ ਮੰਨ ਕੇ ਚੱਲਦਾ ਨਹੀਂ ਨਾ ਹੈ ਜੀ। ਇੱਥੇ ਸਵਾਲ ਆ, ਸਿੱਖਾਂ ਦੀ ਇੱਕ ਰਹਿਤ ਮਰਿਆਦਾ ਹੈਗੀ। ਸਿੱਖੀ ਇੱਕ ਡਿਸਿਪਲਿਨ ਰਿਲੀਜਨ ਆ, ਔਰਗੇਨਾਈਜ਼ਡ ਸਿਸਟਮ ਹੈਗਾ। ਉਸ ਔਰਗੇਨਾਈਜ਼ ਨੂੰ, ਉਸ ਸਿਸਟਮ ਨੂੰ ਤੁਸੀਂ ਵਾਇਲੇਟ ਨਹੀਂ ਕਰ ਸਕਦੇ। ਪਰ ਸਾਹਿਬ ਇਹ ਪਰਸਨਲ, ਚਲੋ ਆਪਾਂ ਨੇ ਉਸ ਪਾਸੇ ਨਹੀਂ ਜਾਵਾਂਗੇ। ਸਵਾਲ ਇਹ ਆ ਕਿ ਕੀ ਐਸਜੀਪੀਸੀ ਨੂੰ, ਅਕਾਲੀ ਦਲ ਦੇ ਲੀਡਰ ਨੂੰ ਇਹ ਗੱਲ ਹਜ਼ਮ ਆ ਜਾਏਗੀ, ਜਾਂ ਕਿ ਉਹ ਮੰਨਣ ਲਈ ਤਿਆਰ ਹੋ ਜਾਣਗੇ? ਸਵਾਲ ਇਹ ਹੈ। ਨਹੀਂ, ਸਵਾਲ ਅਕਾਲੀ ਦਲ ਦਾ ਨਹੀਂ, ਇਹਦੇ ਵਿੱਚ ਸਵਾਲ ਹੈ ਸਿੱਖਾਂ ਦਾ, ਸਮੁੱਚੇ ਸਿੱਖ ਪੰਥ ਦਾ ਸਵਾਲ ਆ। ਉਹਦੇ 'ਚ ਅਕਾਲੀ ਦਲ ਇਸ ਵੇਲੇ ਮਤਲਬ ਹਾਸ਼ੀਏ 'ਤੇ ਜਾ ਚੁੱਕਿਆ, ਸਾਰੀ ਦੁਨੀਆ ਜਾਣਦੀ ਆ, ਉਹ ਵੀ ਜਾਣਦੇ ਆ, ਆਪ ਵੀ ਜਾਣਦੇ। ਤੋ ਇਸ ਵੇਲੇ ਸਵਾਲ ਜੋ ਇਹ ਗੱਲ ਹੋ ਰਹੀ ਹੈ ਨਾ, ਇਹ ਸਿੱਖੀ, ਸਮੁੱਚੇ ਸਿੱਖ ਪੰਥ ਦੇ ਕੰਸਰਨ ਦੇ ਵਿੱਚ ਆ ਗੱਲ, ਜਿਹਦੇ ਵਿੱਚ ਮਤਲਬ ਮੈਂ ਸਮਝਦਾ ਅਕਾਲੀ ਦਲ ਵੀ ਕੋਈ ਬਹੁਤਾ ਮੈਟਰ ਨਹੀਂ ਕਰਦਾ, ਨਾ ਕਰਦਾ ਭਗਵੰਤ ਮਾਨ ਮੈਟਰ। ਤੋ ਇਸ ਕਰਕੇ ਇਸ ਗੱਲ ਨੂੰ ਬਹੁਤ ਸੰਜੀਦਗੀ ਦੇ ਨਾਲ, ਮਤਲਬ ਬਹੁਤ ਜ਼ਿਆਦਾ ਸੀਰੀਅਸਨੈਸ ਦੇ ਵਿੱਚ ਜਾ ਕੇ ਇਸ ਗੱਲ ਨੂੰ ਸੋਚ ਕੇ, ਵਿਚਾਰ ਕੇ ਕਦਮ ਉਠਾਉਣਾ ਚਾਹੀਦਾ। ਪਰ ਮੈਨੂੰ ਲੱਗਦਾ ਇਹ 2-3 ਦਿਨ ਬਾਅਦ ਪੂਰੀ ਸਥਿਤੀ, ਪੂਰੀ ਗੱਲ ਕਲੀਅਰ ਹੋਏਗੀ ਕਿ ਪੰਥ ਦੀ ਮਾਈਂਡ ਕਿਸ ਤਰਫ ਜਾ ਰਿਹਾ, ਜਾਂ ਕਿਸ ਤਰ੍ਹਾਂ ਦੀ ਸੋਚ ਬਣੀ। ਚਲੋ ਇਹ ਆਪਾਂ ਕਦੇ ਫਿਰ ਤੁਹਾਡੀ ਇੰਟਰਵਿਊ ਕਰਾਂਗੇ। ਇੱਕ ਨਵਾਂ ਹੋਰ ਸਵਾਲ ਖੜਾ ਹੋ ਜਾਂਦਾ ਕਿ ਜੋ ਜਿੰਨੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੀਆਂ, ਉਹਦਾ ਚਾਂਸਲਰ ਗਵਰਨਰ ਹੁੰਦਾ ਹੁਣ ਤੱਕ। ਹੁਣ ਇਹਨਾਂ ਨੇ ਇੱਕ ਹੋਰ ਕਾਨੂੰਨ ਪਾਸ ਕਰਤਾ ਕਿ ਮੁੱਖ ਮੰਤਰੀ ਗਵਰਨਰ ਚਾਂਸਲਰ ਹੋਏਗਾ, ਕਿਉਂਕਿ ਕਈ ਵਾਰੀ BC ਲਾਉਣਾ ਹੁੰਦਾ ਜਾਂ ਕੁਛ ਹੋਰ ਗੱਲਾਂ ਹੁੰਦੀਆਂ ਨੇ, ਚਾਂਸਲਰ ਵੱਲੋਂ ਥੋੜ੍ਹੀ ਦਿੱਕਤ ਪੈਦਾ ਕੀਤੀ ਜਾਂਦੀ ਸੀ। ਕੀ ਲੱਗਦਾ? ਉਹ ਮੈਂ ਉਸ ਗੱਲ ਨੂੰ ਠੀਕ ਸਮਝਦਾ ਵੀ ਟੋਟਲ ਕੰਟਰੋਲ ਯੂਨੀਵਰਸਿਟੀਆਂ 'ਤੇ ਸਟੇਟ ਦਾ, ਸਟੇਟ ਦੀਆਂ ਯੂਨੀਵਰਸਿਟੀਆਂ 'ਤੇ ਸਟੇਟ ਦਾ ਹੀ ਕੰਟਰੋਲ ਚਾਹੀਦਾ। ਸਟੇਟ ਦਾ ਪੈਸਾ, ਸਟੇਟ ਦੇ ਇੰਟਰਸਟ ਨੂੰ ਵਾਚ ਕਰਨਾ, ਉਹਨਾਂ ਯੂਨੀਵਰਸਿਟੀਆਂ ਨੇ ਉਸ ਕਿਸਮ ਦੀ ਇੰਸਟਰਕਸ਼ਨ, ਉਸ ਕਿਸਮ ਦੀ ਐਜੂਕੇਸ਼ਨ ਲੋਕਾਂ ਨੂੰ ਦੇਣੀ ਹੈ, ਬੱਚਿਆਂ ਨੂੰ ਦੇਣੀ ਹੈ। ਤਾਂ ਇਹ ਗੱਲ ਜਿਹੜੀ ਆ ਉਹਦੀ ਠੀਕ ਆ ਭਗਵੰਤ ਮਾਨ ਦੀ। ਪਰ ਭਗਵੰਤ ਮਾਨ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਹਰ ਚੀਜ਼ ਜਿਹੜੀ ਆ, ਹਰ ਅਪੁਆਇੰਟਮੈਂਟ ਆ ਜਿਹੜੀ, ਉਹ ਕੇਜਰੀਵਾਲ ਦੇ ਇਸ਼ਾਰੇ 'ਤੇ ਨਾ ਕਰੇ। ਜਿਹੜੀ ਪੰਜਾਬ ਦੇ ਲੋਕਾਂ ਨੂੰ ਮਤਲਬ ਉਹਨਾਂ ਦੇ ਹਿੱਤ ਦੇ ਵਿੱਚ ਲੱਗਦੀ ਹੋਵੇ, ਉਹ ਗੱਲ ਕਰੇ। ਅਪੁਆਇੰਟਮੈਂਟ ਐ ਨਾ ਕਰੇ ਵੀ ਕੇਜਰੀਵਾਲ ਸਾਹਿਬ ਨੇ ਭੇਜਤੀ ਆ, ਰਾਘਵ ਚੱਡੇ ਨੇ ਭੇਜਤੀ ਆ, ਦੂਜਾ ਸੰਦੀਪ ਕੀ ਉਹਦਾ ਨਾਂ ਪਾਠਕ ਜਿਹਾ ਹੈਗਾ, ਉਹਦੇ ਨਾਂ ਭੇਜਤੀ। ਉਹਨਾਂ ਲੋਕਾਂ ਦਾ ਕੋਈ ਪੰਜਾਬ ਦੇ ਨਾਲ ਲੈਣਾ ਦੇਣਾ ਨਹੀਂ ਹੈ। ਪੰਜਾਬ ਦੇ ਲੋਕ ਪੰਜਾਬ ਦੇ ਲਈ ਦੁੱਖ ਵੀ ਝੋਲਦੇ ਆ, ਅਤੇ ਉਹ ਬੈਨੀਫਿਸ਼ਰੀ ਵੀ ਉਸੇ ਕਿਸਮ ਦੇ ਪੰਜਾਬ ਦੇ ਲੋਕ ਹੀ ਆ, ਸਿੱਖ ਲੋਕ, ਸਿੱਖ ਕਮਿਊਨਿਟੀ। ਪਰ ਹੁਣ ਸਵਾਲ ਇਹ ਆ ਜਾਂਦਾ ਕਿ ਕੀ ਗਵਰਨਰ ਉਸ ਬਿੱਲ ਨੂੰ ਮਨਜ਼ੂਰੀ ਦੇ ਦੇਗਾ ਜਿਹੜਾ ਨਵਾਂ ਇਹਨਾਂ ਨੇ ਬਿੱਲ ਪਾਸ ਕੀਤਾ? ਕਿਵੇਂ ਦੇ ਸਕਦਾ? ਬੜੀ ਸਿੰਪਲ ਗੱਲ ਆ। ਜੇ ਗਵਰਨਰ ਦਾ ਅਧਿਕਾਰ ਖੇਤਰ ਹੀ ਤੁਸੀਂ ਖਤਮ ਕਰ ਰਹੇ ਹੋ, ਤਾਂ ਉਸ ਦੀ ਕਿਸ ਤਰੀਕੇ ਨਾਲ ਉਹ ਅਪਰੂਵਲ ਦੇ ਸਕਦਾ? ਪਰ ਇਹ ਪਹਿਲੂ ਇਹ ਹੁੰਦਾ, ਇੱਕ ਵਾਰ ਉਹਨੇ ਬਿੱਲ ਵਾਪਸ ਕਰਤਾ, ਇੱਕ ਵਾਰ ਜੇ ਬਿੱਲ ਵਾਪਸ ਕਰਤਾ, ਦੁਬਾਰੇ ਫਿਰ ਪਾਸ ਕਰਕੇ ਭੇਜਣਗੇ, ਫਿਰ ਕਹਿੰਦੇ ਕਰਨਾ ਪੈਂਦਾ ਕਾਨੂੰਨ। ਇਹ ਵੀ ਕਹਿੰਦਾ ਨਹੀਂ, ਉਹ ਤਾਂ ਦੂਸਰੀ ਸਿਚੁਏਸ਼ਨ ਆ। ਉਹ ਤਾਂ ਦੇਖੋ ਇਸੇ ਤਰੀਕੇ ਨਾਲ ਪਾਣੀਆਂ ਦਾ ਬਿੱਲ ਸੀਗਾ ਜਿਹੜਾ 2004 ਦੇ ਵਿੱਚ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਪੰਜਾਬ ਦਾ, ਯੂਨੈਨਿਮਸਲੀ ਪਾਸ ਕੀਤਾ ਸੀ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ। 2 ਐਗਰੀਮੈਂਟ ਹੋਏ ਸੀ ਨਾ, ਇੱਕ ਤਾਂ ਰਾਜੀਵ ਲੌਂਗੋਵਾਲ ਵਾਲਾ ਐਗਰੀਮੈਂਟ, ਇੱਕ ਦਰਬਾਰੇ ਨੇ ਕੀਤਾ ਸੀ ਸੁਪਰੀਮ ਕੋਰਟ 'ਚੋਂ ਵਿਡਰਾ ਕਰਕੇ। ਉਹਨਾਂ ਦੋਨਾਂ ਨੂੰ ਖਤਮ ਕਰਨਾ ਸੀ।
ਯੂਨੈਨਿਮਸਲੀ 100% ਉਹਦੇ 'ਚ ਕੋਈ ਡਾਇਸੈਂਟ ਨਹੀਂ ਸੀ। ਪੰਜਾਬ ਦੀ ਲੈਜਿਸਲੇਚਰ ਨੇ ਪਾਸ ਕਰਤਾ। ਜਿਹੜਾ ਗਵਰਨਰ ਸੀ ਉਸ ਵੇਲੇ ਦਾ, ਉਸਨੇ ਉਸਨੂੰ ਸੈਂਕਸ਼ਨ ਦੇਤੀ, ਸਮਝੇ ਜੀ। ਫਿਰ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਕੋਲ ਜਾਣਾ ਸੀ ਉਹਦੀ ਇੰਪਲੀਮੈਂਟੇਸ਼ਨ ਦੇ ਲਈ। ਉਸ ਵੇਲੇ ਵੀ ਬੇਈਮਾਨੀ ਕੀਤੀ ਜਿਹੜਾ ਮਨਮੋਹਨ ਸਿੰਘ ਸੀ। ਮਨਮੋਹਨ ਸਿੰਘ ਨੇ ਉਸ ਨੂੰ ਰੈਫਰ ਕਰਤਾ ਟੂ ਦੀ ਸੁਪਰੀਮ ਕੋਰਟ, ਜਿਹੜਾ ਕਰਨਾ ਨਹੀਂ ਸੀ ਚਾਹੀਦਾ, ਜਿਹੜਾ ਅੱਜ ਤੱਕ ਲਮਕਦਾ ਤੁਰਿਆ ਆ ਰਿਹਾ। ਤੋ ਇਹ ਸਾਰੀ ਦੀ ਸਾਰੀ ਚੀਜ਼ ਦੇ ਵਿੱਚ ਲੋਕਾਂ ਨੇ ਅਨਕਨਸਟੀਟਿਊਸ਼ਨਲੀ ਪੰਜਾਬ ਦੇ ਨਾਲ ਬੇਇਨਸਾਫੀਆਂ ਕੀਤੀਆਂ ਸ਼ੁਰੂ ਤੋਂ ਲੈ ਕੇ, ਚਾਹੇ ਇੰਦਰਾ ਗਾਂਧੀ ਆ, ਚਾਹੇ ਜਵਾਹਰ ਲਾਲ ਨਹਿਰੂ ਆ, ਚਾਹੇ ਦਰਬਾਰਾ ਸਿੰਘ ਆ, ਚਾਹੇ ਅੱਜ ਦੀ ਜਿਹੜੀ ਸਰਕਾਰ ਹੈ ਇਹ ਵੀ ਉਸੇ ਤਰੀਕੇ ਨਾਲ ਕਰਦੀ। ਬੂਟਾ ਸਿੰਘ ਨੂੰ ਵੀ ਵਿੱਚ ਲੈਣਾ। ਹਾਂ, ਬੂਟਾ ਸਾਰੇ ਹੀ, ਮਤਲਬ ਆਲ ਆਫ ਦੈਮ। ਅਵਾਰਡ ਜਿਹੜਾ ਆਇਆ ਸੀ 1976 ਪਾਣੀਆਂ ਦੇ ਉੱਤੇ, ਉਹ ਮਤਲਬ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੇ ਵਿੱਚ 76 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਉਸ ਵੇਲੇ ਆਇਆ ਸੀ। ਇਹਦੇ ਨਾਲ ਹਜੇ ਫਿਰ ਇੱਕ ਟਕਰਾਅ ਵੱਧ ਸਕਦਾ, ਜਿਵੇਂ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਤੇ ਆਪ ਦੀ ਸਰਕਾਰ ਦਾ ਵੱਧਦਾ ਹੈ, ਇੱਥੇ ਵੀ ਆਉਣ ਵਾਲੇ ਦਿਨਾਂ 'ਚ ਟਕਰਾਅ ਵੱਧ ਸਕਦਾ। ਆਫ ਕੋਰਸ ਦੇਖੋ, ਸੈਂਟਰ ਕਦੇ ਇਹ ਐਕਸੈਪਟ ਨਹੀਂ ਕਿ ਸੈਂਟਰ ਤਾਂ ਦਿਨ ਬ ਦਿਨ ਮਤਲਬ ਜੋ ਮਾੜੇ ਮੋਟੇ ਅਧਿਕਾਰ ਹੈਗੇ ਸਟੇਟਾਂ ਦੇ ਉਹਨੂੰ ਹੜੱਪ ਕਰੀ ਜਾ ਰਹੇ। ਜਦੋਂ ਸਭ ਇਸ ਮਾਮਲੇ ਦੇ ਵਿੱਚ ਜਿਹੜੇ ਆ ਹੈਗੇ ਵਿਵਾਦਿਤ ਮਾਮਲੇ, ਇਹਦੇ ਵਿੱਚ ਬੀਜੇਪੀ ਤਾਂ ਸਾਈਡ 'ਤੇ ਹੋ ਗਈ, ਉਹਨਾਂ ਨੇ ਭਾਗ ਹੀ ਨਹੀਂ ਲਿਆ ਸੈਸ਼ਨ ਦੇ ਵਿੱਚ। ਅਕਾਲੀ ਦਲ ਦੇ ਵਿੱਚ ਵਿਚਾਲੇ ਉਹਨਾਂ ਦੀ ਪੋਜੀਸ਼ਨ ਹੈ। ਕਈ ਵਾਰੀ ਕਹਿੰਦੇ ਜਿਵੇਂ ਕੁਝ ਮਤਿਆਂ ਦੀ ਉਹਨਾਂ ਨੇ ਸਪੋਰਟ ਕਰਤੀ, ਕਾਂਗਰਸ ਵਾਲਿਆਂ ਨੇ ਬਾਈਕਾਟ ਕਰਤਾ, ਬਾਕਆਊਟ ਕਰਕੇ ਬਾਈਕਾਟ ਹੀ ਕਰਤਾ, ਮੁੜ ਕੇ ਸੈਸ਼ਨ 'ਚ ਗਏ ਨਹੀਂ। ਕਾਂਗਰਸ ਵਾਲੇ ਵੀ ਮਤਲਬ ਦੋ ਧਿਰਾਂ 'ਚ ਵੰਡੇ ਗਏ ਨੇ। ਕਈ ਕਹਿੰਦੇ ਨੇ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਬਿੱਲ ਹੈ ਉਹ ਨਹੀਂ ਲਿਆਉਣਾ ਚਾਹੀਦਾ, ਸਿੱਖ ਮਾਮਲਾ ਦਖਲਅੰਦਾਜ਼ੀ ਹੈ, ਪਰ ਉਹ ਕਹਿੰਦੇ ਕਿ ਇਜਾਰੇਦਾਰੀ ਖਤਮ ਹੋਣੀ ਚਾਹੀਦੀ ਇੱਕ ਚੈਨਲ ਦੀ। ਇੱਦਾਂ ਵਾਈਸ ਚਾਂਸਲਰ ਦੇ ਮਾਮਲੇ ਦੇ ਵਿੱਚ, ਕਿਉਂਕਿ ਉਹ ਬਾਕਆਊਟ ਕਰਕੇ ਬਾਈਕਾਟ ਕਰਕੇ ਉਹਨਾਂ ਦੀ ਕੋਈ ਰਾਏ ਸਪਸ਼ਟ ਨਹੀਂ ਆਈ। ਵਿਰੋਧੀ ਧਿਰਾਂ ਦੀ ਕਿਸ ਤਰ੍ਹਾਂ ਦੀ ਭੂਮਿਕਾ ਚਾਹੀਦੀ ਹੈ? ਦੇਖੋ, ਕਾਂਗਰਸ ਨੂੰ ਵੀ ਚਾਹੀਦਾ ਸੀਗਾ ਇਸ ਗੱਲ ਦੇ ਉੱਤੇ ਖੁੱਲ੍ਹ ਕੇ ਸੈਂਟਰ ਦੀ ਇੰਟਰਵੈਂਸ਼ਨ ਜਿਹੜੀ ਆ ਸਟੇਟਾਂ ਦੇ ਅਫੇਅਰ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਉਹਦੇ ਵਿਰੋਧ 'ਚ ਖੜਨਾ ਚਾਹੀਦਾ ਸੀ। ਜੋ ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ ਵੀ ਸਾਡੀ ਸੈਂਟਰਲ ਲੀਡਰਸ਼ਿਪ ਕੀ ਕਰਦੀ ਹੈ। ਜਿਸ ਤਰੀਕੇ ਨਾਲ ਕੇਰਲਾ ਦੇ ਵਿੱਚ ਪਾਸ ਕੀਤਾ ਅਗਲਿਆਂ ਨੇ ਲੈਜਿਸਲੇਚਰ ਦੇ ਵਿੱਚ, ਵੀ ਜਿਹੜਾ ਗਵਰਨਰ ਦਾ ਅਧਿਕਾਰ ਖੇਤਰ ਆ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬਣਾਉਣ ਦੇ ਲਈ, ਉਹ ਸਿਰਫ ਚੀਫ ਮਿਨਿਸਟਰ ਦਾ ਹੀ ਹੋਏਗਾ। ਇਹੀ ਝਗੜਾ ਵੈਸਟ ਬੰਗਾਲ ਦੇ ਵਿੱਚ ਵੀ ਹੋਇਆ। ਤੋ ਉਸ ਇਸ਼ੂ ਦੇ ਉੱਤੇ ਉਹਨਾਂ ਨੂੰ ਸਟੇਟ ਦੇ ਇੰਟਰਸਟ ਦੇ ਵਿੱਚ ਖੜੇ ਹੋਣਾ ਚਾਹੀਦਾ, ਪਰ ਉਹਨਾਂ ਨੂੰ ਆਪਣੀ ਇਸ ਕਿਸਮ ਦੀ, ਜਿਸ ਤਰ੍ਹਾਂ ਕੇਜਰੀਵਾਲ ਹੀ ਲਗਾਮ ਖਿੱਚ ਰਿਹਾ, ਇਸੇ ਤਰੀਕੇ ਨਾਲ ਜੇ ਫਰਜ਼ ਕਰੋ ਕਾਂਗਰਸ ਆ ਜਿਹੜੀ, ਉਹ ਪਿੱਛੇ ਇੰਦਰਾ ਗਾਂਧੀ ਜੋ ਕਹਿੰਦੀ ਸੀ ਉਹੀ ਕੁਛ ਹੁੰਦਾ ਸੀ ਪੰਜਾਬ ਦੇ ਵਿੱਚ। ਇਸੇ ਤਰ੍ਹਾਂ ਦਾ ਇੱਕ ਬਿੱਲ ਹੋ ਰਿਹਾ ਕਿ DGP ਲਾਉਣ ਵਾਸਤੇ, ਉਹ ਕਹਿੰਦੇ ਕੇਂਦਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਅਸੀਂ ਲਾਉਣਾ, ਸਰਕਾਰ ਦਾ ਅਧਿਕਾਰ ਖੇਤਰ ਸਾਡਾ। ਉਹਦੇ ਬਾਰੇ ਕੀ ਰਾਏ? ਮੈਂ ਬਿਲਕੁਲ 100% ਕਹਿੰਦਾ ਸਟੇਟਾਂ ਨੂੰ ਅਧਿਕਾਰ ਹੋਣੇ ਚਾਹੀਦੇ। ਸਟੇਟਾਂ ਦਾ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈਗਾ, ਇਸ ਮਤਲਬ ਸੈਂਟਰਲ ਸਬਜੈਕਟ ਨਹੀਂ। ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨਾ ਸਟੇਟ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਬੜਾ ਫੰਕਸ਼ਨ ਹੈ ਉਹਨਾਂ ਦਾ। ਤੋ ਇਸ ਪੁਆਇੰਟ ਆਫ ਵਿਊ ਤੋਂ ਸਟੇਟ ਦਾ ਹੀ ਅਧਿਕਾਰ ਖੇਤਰ ਹੈ। ਪਹਿਲਾਂ ਉਹ ਤਾਂ ਹੁਣ ਇਹਨਾਂ ਨੇ ਸੈਂਟਰ ਨੇ ਲੈ ਆਏ BJP ਗਵਰਨਮੈਂਟ 'ਚ। ਉਸ ਤੋਂ ਪਹਿਲਾਂ ਜਿਹੜਾ ਚੀਫ ਮਿਨਿਸਟਰ ਚਾਹੁੰਦਾ ਸੀ ਉਸੇ ਨੂੰ ਬਣਾਉਂਦੇ ਸੀਗੇ, ਕੀ ਕਹਿੰਦੇ DGP, ਉਸੇ ਨੂੰ DGP ਬਣਾਇਆ ਜਾਂਦਾ ਸੀ ਜਿਸ ਨੂੰ ਸਟੇਟ ਦਾ ਚੀਫ ਮਿਨਿਸਟਰ ਚਾਹੁੰਦਾ ਸੀ। ਉਸ ਨੂੰ ਚੀਫ ਵੱਧ ਗਈ ਕੇਂਦਰ ਦੀ। ਆਫ ਕੋਰਸ ਉਹ ਤਾਂ ਡੇ ਬਾਈ ਡੇ ਟੋਟਲੀ ਸੈਂਟਰਲਾਈਜੇਸ਼ਨ ਇੰਟਰੋਡਿਊਸ ਕਰ ਰਹੇ ਆ ਇੰਡੀਆ ਦੇ ਵਿੱਚ। ਡਾਕਟਰ ਸਾਹਿਬ, ਇਹ ਜਿਹੜੇ ਮੁੱਦੇ ਗਰਮ ਅਤੇ ਗੰਭੀਰ ਮੁੱਦੇ ਆ, ਇਹਨਾਂ ਮੁੱਦਿਆਂ ਕਾਰਨ ਇੱਕ ਵੱਡਾ ਮੁੱਦਾ ਪੰਜਾਬ ਦਾ ਲਾਅ ਐਂਡ ਆਰਡਰ ਦਾ ਤੇ ਨਾਲ ਨਸ਼ਿਆਂ ਦਾ ਮੁੱਦਾ, ਉਹ ਥੋੜ੍ਹਾ ਗੁਆਚੇ ਲੱਗਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਵੱਧ ਗਈਆਂ ਨੇ। ਉਹਦਾ ਕਾਰਨ ਬੇਚੈਨੀ, ਬੇਰੁਜ਼ਗਾਰੀ ਜਾਂ ਫਿਰ ਨਸ਼ੇ ਨੇ। ਕੀ ਚਾਹੋਗੇ ਤੁਸੀਂ ਕਿ ਪੰਜਾਬ ਦਾ ਭਲਾ ਕਿਵੇਂ ਹੋਵੇ, ਕਿ ਪੰਜਾਬ ਦੀ ਜਵਾਨੀ ਸਹੀ ਪਾਸੇ ਜਾਵੇ? ਦੇਖੋ, ਪੰਜਾਬ ਦਾ ਭਲਾ ਇਸੇ ਤਰੀਕੇ ਨਾਲ ਹੋ ਸਕਦਾ, ਇਸੇ ਤਰੀਕੇ ਨਾਲ ਲੋਕਾਂ ਨੇ ਆਪ ਮਹਾਂਦਰੇ ਇਹਨਾਂ ਨੂੰ ਵੋਟਾਂ ਪਾਈਆਂ ਸੀ। ਮਤਲਬ ਇਹਨਾਂ ਦਾ ਕੋਈ ਪੈਸਾ ਖਰਚ ਨਹੀਂ ਹੋਇਆ ਕਿਸੇ ਵੀ ਮੈਂਬਰ ਦਾ, ਸਾਰੇ ਲੋਕਾਂ ਨੇ ਪੈਸੇ ਵੀ ਦਿੱਤੇ, ਇਹਨਾਂ ਨੂੰ ਵੋਟਾਂ ਵੀ ਪਾਈਆਂ। ਉਹਨਾਂ ਨੂੰ ਉਮੀਦ ਸੀ ਇਹਨਾਂ ਤੋਂ, ਇਹਨਾਂ ਨੇ ਉਹ ਉਮੀਦ ਜਿਹੜੀ ਹੈ ਨਾ ਉਸ ਨੂੰ ਡਿਫਾਈ ਕੀਤਾ। ਤੋ ਉਹ ਲੋਕਾਂ ਦੇ ਵਿੱਚ ਇੱਕ ਤਾਂ ਉਹ ਫਰਸਟ੍ਰੇਸ਼ਨ ਹੈਗੀ, ਉਹੀਓ ਝੂਠੀਆਂ ਗੱਲਾਂ ਕਰੀਆਂ। ਹੁਣ ਕਿਸ ਕਿਸਮ ਦਾ ਐਡਵਰਟੀਜ਼ਮੈਂਟ ਦੇ ਉੱਤੇ, ਐਡਸ ਦੇ ਉੱਤੇ ਕਿੰਨਾ ਇਨੋਰਮਸ ਪੈਸਾ ਖਰਚ ਕੀਤਾ ਜਾ ਰਿਹਾ, ਜਿਹਦੇ ਨਾਲ ਕਿ ਇਹ ਸਮਝਦੇ ਆ ਵੀ ਸਾਡੀ ਬਹੁਤ ਜ਼ਿਆਦਾ ਪਾਪੂਲੈਰਿਟੀ ਹੋ ਜਾਏਗੀ। ਇਹ ਤਾਂ ਮਤਲਬ ਬਿਲਕੁਲ ਭੁਲੇਖਾ ਹੈ। ਮੇਰੀ ਸੁਣੋ ਗੱਲ। ਇਸੇ ਕਿਸਮ ਦੀ ਇੱਕ ਗੱਲ ਮੈਂ ਤੁਹਾਨੂੰ ਦਿੱਲੀ ਸਰਕਾਰ ਦੀ ਗੱਲ ਦੱਸਦਾ। ਉਹਨਾਂ ਨੇ ਜਿਹੜੇ ਬਾਹਰ ਜਾਂਦੇ ਸੀ ਬੱਚਿਆਂ ਨੂੰ ਕਹਿੰਦੇ ਅਸੀਂ ਵਜ਼ੀਫੇ ਦੇਵਾਂਗੇ, 20 ਕਰੋੜ ਰੁਪਏ ਉਹਨਾਂ ਨੇ ਰੱਖੇ ਵੀ ਅਸੀਂ 20 ਕਰੋੜ ਰੁਪਏ ਤੁਹਾਨੂੰ ਗਰੰਟੀ ਦੇਵਾਂਗੇ, ਜੇ ਤੁਸੀਂ ਲੋਨ ਲੈ ਲਓ ਬਾਹਰ ਜਾਣ ਦੇ ਲਈ ਕਿਸੇ ਬੈਂਕ ਤੋਂ ਤਾਂ ਅਸੀਂ ਗਰੰਟੀ ਦੇਵਾਂਗੇ। ਉਹਨਾਂ ਨੇ ਕੀ ਕੀਤਾ ਖੋਖਰ ਸਾਹਿਬ, ਬੜੀ ਹਾਸੋਹੀਣੀ ਗੱਲ ਔਰ ਬੜੀ ਦੁਖਦਾਈ ਗੱਲ ਵੀ ਹੈ।
20 ਕਰੋੜ ਤੋਂ ਵੱਧ ਪੈਸਾ ਐਡਵਰਟਾਈਜ਼ਮੈਂਟ ਤੇ ਲਾਤਾ, ਓਕੇ। ਜਦ ਕਿ ਕਿਸੇ ਇੱਕ ਬੰਦੇ ਨੂੰ ਇੱਕ ਕਹਾਣੀ ਕੋਡੀ ਨਹੀਂ ਦਿੱਤੀ ਗਈ। ਇਹ ਜਿਹੜੀ ਸਰਕਾਰ ਹੈ ਨਾ ਆਮ ਦੀ ਦਿੱਲੀ ਦੀ ਤੇ ਇੱਥੇ ਦੀ, ਇਹ ਮਤਲਬ ਸਾਰੀ ਦੀ ਸਾਰੀ ਕਿਸ ਚੀਜ਼ 'ਤੇ ਨਿਰਭਰ ਹੈ? ਐਡਵਰਟਾਈਜ਼ਮੈਂਟ ਦੇ ਉੱਤੇ ਨਿਰਭਰ ਹੈ। ਅੱਜ ਤੁਸੀਂ ਦੇਖੋ ਸਾਰੇ ਚੰਡੀਗੜ੍ਹ ਦੇ ਵਿੱਚ ਕਿਸੇ ਸੜਕ 'ਤੇ ਚਲੇ ਜਾਓ, ਕਿਤੇ ਖੱਬੇ ਦੇਖੋ ਸੱਜੇ ਦੇਖੋ, ਆਹ ਭਗਵੰਤ ਮਾਨ ਦੀ ਫੋਟੋ ਲੱਗੀ ਹੁੰਦੀ ਹੈ। ਚੰਡੀਗੜ੍ਹ ਦਾ ਐਡ ਦਾ ਕੋਈ ਮਤਲਬ ਨਹੀਂ, ਇੱਥੋਂ ਕਿਹੜਾ ਵੋਟਾਂ ਲੈਣੀਆਂ। ਉਹੀ ਤਾਂ ਤੁਹਾਨੂੰ ਦੱਸ ਰਿਹਾ, ਫੋਕੀ ਮਤਲਬ ਪਾਪੂਲੈਰਿਟੀ ਤੁਹਾਡੀ ਗੱਲਾਂ ਨਾਲ ਨਹੀਂ ਆਉਂਦੀ, ਪਾਪੂਲੈਰਿਟੀ ਤੁਹਾਡੀ ਕੰਮ ਦੇ ਨਾਲ। ਲੋਕਾਂ ਨੂੰ ਇੰਪਲਾਇਮੈਂਟ, ਅੱਛਾ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇੰਨੇ 100 ਬੰਦੇ ਇੰਪਲਾਇਮੈਂਟ ਲੈਟਰ ਦੇਤੇ, ਉਹ ਵਿਚਾਰੇ ਉੱਤੇ ਟੈਂਕੀਆਂ 'ਤੇ ਚੜ੍ਹ ਕੇ ਮਰਨ ਨੂੰ ਤਿਆਰ ਆ ਵੀ ਇਹ ਤਾਂ ਐਵੇਂ ਫੇਕ ਆ। ਪਰ ਇੱਕ ਨਵੀਂ ਮਰਜ਼ ਵੱਧ ਗਈ ਪੰਜਾਬ ਦੇ ਵਿੱਚ, ਕਾਫੀ ਵੱਧ ਗਈ, ਲੋਬੀ ਮੀਡੀਆ ਹੋ ਗਿਆ। ਲੋਬੀ ਮੀਡੀਆ ਨੂੰ ਖੁਸ਼ ਕਰਨ ਵਾਸਤੇ ਐਡ ਦਿੱਤੀ ਜਾ ਰਹੀ ਹੈ ਕੁਝ ਖਾਸ ਚੈਨਲਾਂ ਨੂੰ, ਤਾਂ ਕਿ ਸਰਕਾਰ ਦਾ ਪ੍ਰਚਾਰ ਹੋ ਜਾਏ, ਲੋਕਾਂ ਦੇ ਐਨਕਾਂ ਉਹ ਲੱਗ ਜਾਣ ਕਿ ਆਮ ਆਦਮੀ ਪਾਰਟੀ ਸਾਰਿਆਂ ਤੋਂ ਵਧੀਆ। ਐਨਕਾਂ ਲੱਗਦੀਆਂ ਨਹੀਂ। ਅੱਛਾ। ਮੈਂ ਪਿਛਲੀ ਵਾਰ ਇਸ ਤੋਂ ਪਹਿਲਾਂ ਅਮਰਿੰਦਰ ਦੀ ਸਰਕਾਰ ਸੀ ਜਾਂ ਦੂਸਰੀ ਜਿਹੜਾ ਪਹਿਲਾਂ ਚੰਨੀ ਦੀ ਸਰਕਾਰ ਦੇਖੀ ਆ, ਉਹ ਮੈਂ ਦੇਖੀ ਆ 3 ਵੀਲਰਸ ਦੇ ਉੱਤੇ ਜਿਹੜੇ ਆਟੋਜ਼ ਹੁੰਦੇ ਆ ਉਹਨਾਂ ਦੇ ਵੀ ਐਡਵਰਟ, ਚੰਨੀ ਦੀ ਸਰਕਾਰ ਪਤਾ ਨਹੀਂ ਕੀ ਤੇ ਕੀ ਸਲੋਗਨ ਜੇ ਬਣਾ ਕੇ, ਇਸੇ ਤਰ੍ਹਾਂ ਕੈਪਟਨ ਦੀ ਸਰਕਾਰ, ਇਸੇ ਤਰ੍ਹਾਂ ਦੂਜੀਆਂ ਸਰਕਾਰ, ਕੀ ਅਸਰ ਹੋਇਆ? ਇਹ ਬਾਦਲ ਸਾਹਿਬ ਬਹੁਤ ਈਵਨ ਜਿਹੜੀਆਂ ਐਂਬੂਲੈਂਸਿਸ ਦੇ ਉੱਤੇ ਵੀ ਬਾਦਲ ਸਾਈਕਲਾਂ 'ਤੇ ਬੁਰਾ ਹਾਲ, ਬਾਂਕੇ ਦਿਹਾੜੇ। ਤੁਸੀਂ ਕਿਉਂ ਮਤਲਬ ਲੋਕਾਂ ਦਾ ਪੈਸਾ, ਟੈਕਸ ਦਾ ਪੈਸਾ, ਉਹਨਾਂ ਦੀ ਵਿਚਾਰਿਆਂ ਦੀ ਖੂਨ ਪਸੀਨੇ ਦੇ ਵਿੱਚੋਂ ਨਿਕਲਿਆ ਪੈਸਾ, ਉਸ ਦੇ ਉੱਤੇ ਕਿਉਂ ਪੈਸਾ ਵੇਸਟ ਕਰਦੇ ਹੋ? ਕਿਉਂ ਨਹੀਂ ਤੁਸੀਂ ਇੰਪਲਾਇਮੈਂਟ ਲਈ ਤੁਸੀਂ ਐਵੇਨਿਊਜ਼ ਕ੍ਰੀਏਟ ਕਰਦੇ? ਇਹ ਇੱਕ ਫੇਕ ਗੱਲਾਂ, ਇਹ ਐਵੇਂ ਇਹਨਾਂ ਨੂੰ ਭੁਲੇਖਾ ਇਸ ਗੱਲ ਦਾ। ਨਾ ਕੇਜਰੀਵਾਲ ਨੂੰ ਉਸ ਦਾ ਕੋਈ ਬੈਨੀਫਿਟ ਮਿਲਣਾ, ਜੇ ਕੇਜਰੀਵਾਲ ਨੂੰ ਉਹਦਾ ਬੈਨੀਫਿਟ ਮਿਲਣਾ, ਉਹ ਤਾਂ 2 ਮਿਨਿਸਟਰ ਤਾਂ ਜੇਲ੍ਹ ਦੇ ਵਿੱਚ ਤੜਫਦੇ ਫਿਰਦੇ, ਉੱਥੇ ਬਿਮਾਰ ਪਏ ਆ, ਬੁਰੇ ਹਾਲ ਬਾਂਕੇ ਦਿਹਾੜੇ ਉਹਨਾਂ ਦੇ ਹੋਇਆ। ਤੀਜਾ ਜਾਣ ਨੂੰ ਆਪ ਚੀਫ ਮਿਨਿਸਟਰ ਤਿਆਰ ਹੈ, ਕਿਸੇ ਦਿਨ ਵੀ ਅੰਦਰ ਹੋ ਸਕਦਾ ਉਹ। ਪਹਿਲਾਂ ਤੁਸੀਂ ਆਪਣੀ ਕ੍ਰੈਡੀਬਿਲਿਟੀ ਤਾਂ ਬਣਾਓ, ਐਸੇ ਕਰਮ ਕਰੋ ਜਿਨ੍ਹਾਂ ਦੇ ਨਾਲ ਲੋਕ, ਔਰ ਉਹ ਹਿਊਮਿਲਿਟੀ 'ਚ ਕਰੋ, ਉਹ ਮਤਲਬ ਸ਼ਰਧਾ 'ਚ ਲੋਕਾਂ ਨੂੰ ਸਮਰਪਿਤ ਹੋ ਕੇ ਕਰੋ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰੋ, ਜਿਹਦੇ ਨਾਲ ਲੋਕਾਂ ਦੀ ਬੈਨੀਫਿਟ ਦੇ ਵਿੱਚ ਕੋਈ ਗੱਲ ਹੋ ਸਕੇ। ਠੀਕ ਆ। ਸੋ ਇਹ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਸਾਫ਼ ਅਤੇ ਸਪਸ਼ਟ ਟਿੱਪਣੀਆਂ ਕੀਤੀਆਂ ਨੇ। ਮੇਨ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਪਹਿਲਾਂ ਤੁਸੀਂ ਲੋਕਾਂ ਦੇ ਵਿੱਚ ਆਪਣਾ ਮਜ਼ਬੂਤ ਆਧਾਰ ਬਣਾਓ ਕਿ ਲੋਕ ਤੁਹਾਡੇ 'ਤੇ ਸ਼ੱਕ ਨਾ ਕਰਨ। ਹੁਣ ਸ਼ੱਕ ਦੀ ਨਿਗਾਹ ਨਾਲ ਜਦੋਂ ਲੋਕ ਦੇਖਣ ਲੱਗ ਜਾਣ, ਫਿਰ ਅਮਲੀ ਦੀ ਪਤੀਲੀ ਵਾਂਗੂ ਲੋਕ ਮਾਂਜ ਦਿੰਦੇ ਆ, ਜਿਸ ਤਰ੍ਹਾਂ ਅਕਾਲੀ ਦਲ ਨੂੰ ਮਾਂਜਿਆ। ਸੋ ਦੇਖਦੇ ਹਾਂ ਕਿ ਕਿੰਨਾ ਕੁ ਸੁਧਾਰ ਕਰੇਗੀ ਆਮ ਆਦਮੀ ਪਾਰਟੀ ਆਪਣੇ ਦੇ ਵਿੱਚ। ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।